एवरीवन मैं ਤੁਹਾਡੀ ਇੰਗਲਿਸ਼ ਐਜੂਕੇਟਰ ਸਵਾਗਤ ਕਰਦੀ ਹਾਂ ਤੁਹਾਡੇ ਗਿਲਸ ਮੈਂਟੋਰ ਦੇ ਈ ਲਰਨਿੰਗ ਪਲੇਟਫਾਰਮ ਤੇ ਚਲੋ ਆਪਾਂ ਅੱਜ ਜਲਦੀ ਤੋਂ ਸ਼ੁਰੂ ਕਰਦੇ ਹਾਂ ਤੇ ਜਲਦੀ ਤੋਂ ਤੁਸੀਂ ਵੱਧ ਤੋਂ ਵੱਧ ਆਪਦੇ ਫਰੈਂਡਸ ਦੇ ਵਿੱਚ ਇਸ ਨੂੰ ਸ਼ੇਅਰ ਕਰੋ ਤਾਂ ਕਿ ਹਰ ਕੋਈ ਇਹ ਜਿਹੜਾ ਇਸ ਲੈਕਚਰ ਦਾ ਬੈਨੀਫਿਟ ਉਠਾ ਪਾਏ ਚਾਹੇ ਉਹ ਕੰਪੀਟੀਟਿਵ ਐਗਜ਼ਾਮ ਪ੍ਰਿਪੇਅਰ ਕਰ ਰਿਹਾ ਚਾਹੇ ਨਹੀਂ ਲੇਕਿਨ ਇੰਗਲਿਸ਼ ਹੈ ਜਿਹੜੀ ਉਹ ਹਰ ਕਿਸੇ ਦੇ ਕੰਮ ਆਉਂਦੀ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ। ਪਹਿਲਾਂ ਸਟਾਰਟ ਕਰਨ ਤੋਂ ਪਹਿਲਾਂ ਦੋ ਗੱਲਾਂ। ਇੱਕ ਤਾਂ ਜਨਰਲੀ ਜੋ ਅਕਸਰ ਮੈਂ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਮਤਲਬ ਸਟੂਡੈਂਟਸ ਦੇ ਵਿੱਚ ਇਹ ਗੱਲ ਕਿ ਬੱਚੇ ਸੈਟਿਸਫਾਈ ਨਹੀਂ ਹੁੰਦੇ। ਮਤਲਬ ਕਿ ਦੋ ਚੀਜ਼ਾਂ ਰਹਿੰਦੀਆਂ ਜਾਂ ਤਾਂ ਕਿਸੇ ਨੂੰ ਪੈਰਾਗ੍ਰਾਫ ਕਰਨਾ ਰਹਿੰਦਾ ਕਿਸੇ ਨੂੰ ਵੋਕੈਬ। ਤਾਂ ਇਸ ਦਾ ਸੋਲਿਊਸ਼ਨ ਵੀ ਆਪਾਂ ਜਲਦੀ ਤੋਂ ਹੀ ਜਲਦੀ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਬੱਚਿਆਂ ਨੂੰ ਪੈਰਾਗ੍ਰਾਫ ਠੀਕ ਲੱਗਦਾ ਉਹ ਪੈਰਾਗ੍ਰਾਫ ਕਰਨ ਅਤੇ ਜਿਨ੍ਹਾਂ ਨੂੰ ਵੋਕੈਬ ਸਹੀ ਲੱਗਦੇ ਉਹ ਵੋਕੈਬ ਕਰਨ। ਵੈਸੇ ਇਸ ਦੇ ਵਿੱਚ ਇਹ ਗੱਲ ਹੈ ਜਿਹੜੇ ਬੱਚੇ ਬਿਲਕੁਲ ਹੀ ਬੇਸਿਕਸ ਤੋਂ ਕਰਨਾ ਚਾਹੁੰਦੇ ਆ ਨਾ ਤਾਂ ਉਹਨਾਂ ਲਈ ਪੈਰਾਗ੍ਰਾਫ ਬਹੁਤ ਵਧੀਆ ਕਿਉਂਕਿ ਪੈਰਾਗ੍ਰਾਫ ਦੇ ਨਾਲ ਉਹਨਾਂ ਨੂੰ ਐਕਚੁਅਲ ਦੇ ਵਿੱਚ ਪਤਾ ਲੱਗਦਾ ਕਿ ਇਹ ਚੀਜ਼ ਕਿਉਂ ਯੂਜ਼ ਹੋਈ। ਜਿਨ੍ਹਾਂ ਦੀ ਇੰਗਲਿਸ਼ ਪਹਿਲਾਂ ਤੋਂ ਹੀ ਵਧੀਆ ਹੈ ਤਾਂ ਉਹਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਥੋੜ੍ਹਾ ਅਤੇ ਦੂਜਿਆਂ ਨੂੰ ਸਿੱਖਣ ਦੇਣਾ ਚਾਹੀਦਾ। ਬਟ ਟੈਨਸ਼ਨ ਨਾ ਲਓ ਮੈਂ ਤੁਹਾਨੂੰ ਵੋਕੈਬ ਜ਼ਰੂਰ ਕਰਵਾਉਂਗੀ ਠੀਕ ਹੈ। ਤਾਂ ਦੂਸਰਾ ਇਹ ਸੀ ਕਿ ਮੈਮ ਤੁਸੀਂ ਜਿਹੜੇ ਪ੍ਰੋਨਾਊਨ ਦੇ ਟਾਈਪਸ ਵੀ ਕਰਾਓਗੇ ਤਾਂ ਜਿਹੜਾ ਕੁਝ ਵੀ ਮੈਂ ਪੜ੍ਹਾ ਰਹੀ ਹਾਂ ਨਾ ਉਹ ਤੁਹਾਨੂੰ ਟਾਈਪਸ ਦਾ ਹੀ ਪਾਰਟ ਹੈ ਜਿਹੜੇ ਪ੍ਰੋਨਾਊਨ ਮੈਂ ਪੜ੍ਹਾ ਰਹੀ ਹਾਂ। ਜਿਵੇਂ ਕਿ ਪਹਿਲਾਂ ਹੁਣ ਆਪਾਂ ਪੜ੍ਹਦੇ ਹਾਂ ਅੱਜ ਰਿਫਲੈਕਸਿਵ ਪ੍ਰੋਨਾਊਨ। ਰਿਫਲੈਕਸਿਵ ਪ੍ਰੋਨਾਊਨਸ ਕੀ ਹੁੰਦੇ ਹੈ ਠੀਕ ਹੈ। ਪਹਿਲਾਂ ਤਾਂ ਆਪਾਂ ਟੇਬਲ ਹੈਗਾ ਜਿਹੜਾ ਮੈਨੂੰ ਲੱਗਦਾ ਤੁਸੀਂ ਯਾਦ ਕਰ ਲਿਆ ਹੋਣਾ। ਸਿੰਗੂਲਰ ਦੇ ਵਿੱਚ ਕਿਹੜੇ ਹੁੰਦੇ ਆਈ ਦਾ ਕੀ ਬਣ ਜਾਂਦਾ ਮਾਈ ਸੈਲਫ, ਯੂ ਦਾ ਬਣ ਜਾਂਦਾ ਯੋਰ ਸੈਲਫ, ਹੀ ਦਾ ਬਣ ਜਾਂਦਾ ਹਿਮ ਸੈਲਫ, ਸ਼ੀ ਦਾ ਬਣ ਜਾਂਦਾ ਹਰ ਸੈਲਫ, ਇਟ ਦਾ ਬਣ ਜਾਂਦਾ ਇਟ ਸੈਲਫ, ਆਰ ਸੈਲਫ ਦਾ ਮਤਲਬ ਕਿ ਵੀ ਦਾ ਬਣ ਜਾਂਦਾ ਆਰ ਸੈਲਫ, ਯੂ ਦਾ ਮਤਲਬ ਯੋਰ ਸੈਲਫ ਐਂਡ ਦੇ ਦਾ ਬਣ ਜਾਂਦਾ ਦੈਮ ਸੈਲਫ। ਹੁਣ ਇਹ ਰਿਫਲੈਕਸਿਵ ਪ੍ਰੋਨਾਊਨ ਕਿਹੜੀ ਚਿੜੀ ਦਾ ਨਾਮ ਹੈ ਕਿਵੇਂ ਯੂਜ਼ ਹੁੰਦਾ ਇਹ ਸਾਰੀਆਂ ਚੀਜ਼ਾਂ ਜਿਹੜਾ ਆਪਾਂ ਉਹ ਕਰਨ ਵਾਲੇ ਹਾਂ। ਤਾਂ ਆਪਾਂ ਸਟਾਰਟ ਕਰਦੇ ਹਾਂ। ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਣਾ ਚਾਹੁੰਦੀ ਹਾਂ। ਇੱਕ ਜਿਹੜਾ ਮੇਰਾ ਹਲਕਾ ਜਿਹਾ ਜਿਹੜਾ ਪਾਰਟ ਸੀ ਉਹ ਮੈਂ ਪ੍ਰੋਨਾਊਨ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਠੀਕ ਹੈ। ਜਿਹੜੀ ਵੀ ਚੀਜ਼ ਮੈਂ ਤੁਹਾਨੂੰ ਪਹਿਲਾਂ ਲੈਕਚਰਸ ਦੇ ਵਿੱਚ ਕਰਾਉਣੀ ਹੈ ਨਾ ਉਹਦਾ ਹਰ ਕੋਈ ਕਿਤੇ ਨਾ ਕਿਤੇ ਲੌਜਿਕ ਹੁੰਦਾ ਜਿਹੜਾ ਕਿ ਅੱਗੇ ਜਾ ਕੇ ਫਿੱਟ ਜ਼ਰੂਰ ਬੈਠਦਾ। ਤਾਂ ਆਪਾਂ ਰਿਫਲੈਕਸਿਵ ਪ੍ਰੋਨਾਊਨ ਦੇਖਦੇ ਹਾਂ। ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਓਬਜੈਕਟ ਹੁੰਦਾ ਹੈ ਉਹਨੂੰ ਕਿਵੇਂ ਪਹਿਚਾਣਦੇ ਆ। ਓਬਜੈਕਟ ਕਿਵੇਂ ਪਹਿਚਾਣਦੇ ਆ ਦੱਸੂਗਾ ਕੋਈ ਕਿਵੇਂ ਪਹਿਚਾਣਦੇ ਆ। ਅਤੇ ਇੱਕ ਮੈਂ ਤੁਹਾਨੂੰ ਨਿਊਜ਼ ਦੇ ਦਾਂ ਆਪਾਂ ਜਲਦੀ ਹੀ ਲਾਈਵ ਆਉਣ ਵਾਲੇ ਹਾਂ ਮਤਲਬ ਕਿ ਬਹੁਤ ਹੀ ਜਲਦੀ ਠੀਕ ਹੈ। ਤਾਂ ਪ੍ਰੋਸੀਜਰ ਚੱਲ ਰਿਹਾ ਬਹੁਤ ਜਲਦੀ ਲਾਈਵ ਮਿਲਾਂਗੇ ਸਾਰੇ ਤੁਸੀਂ ਮੇਰੇ ਨਾਲ ਲਾਈਵ ਇੰਟਰੈਕਟ ਕਰ ਪਾਓਗੇ ਅਤੇ ਲਾਈਵ ਹੀ ਆਪਦੇ ਕੁਐਸਚਨਸ ਹੈ ਜੋ ਵੀ ਉਹ ਕਲੀਅਰ ਕਰ ਪਾਓਗੇ। ਤਾਂ ਓਬਜੈਕਟਿਵ ਕੀ ਹੁੰਦਾ ਆਪਣੇ ਕੋਲ ਓਬਜੈਕਟਿਵ ਮਤਲਬ ਕਿ ਓਬਜੈਕਟ ਜਿਹੜਾ ਆਪਾਂ ਪਹਿਚਾਣਦੇ ਹਾਂ ਉਹ ਕਿਵੇਂ ਪਹਿਚਾਣਦੇ ਹਾਂ ਵਟ ਜਾਂ ਫਿਰ ਹੂਮ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਜਿਹੜਾ ਰਿਊਨਡ ਹੈ ਆਪਣੇ ਕੋਲ ਵਰਬ ਹੈ। ਰਿਊਨਡ ਦਾ ਮਤਲਬ ਹੁੰਦਾ ਕਿਸੇ ਨੂੰ ਤਬਾਹ ਕਰ ਦੇਣਾ ਖਰਾਬ ਕਰ ਦੇਣਾ ਇਹ ਵਰਬ ਹੈ। ਤਾਂ ਸ਼ੀ ਕੀ ਹੈ ਵਰਬ ਦਾ ਸਬਜੈਕਟ ਹੈ ਐਂਡ ਰਾਮ ਕੀ ਆਪਣੇ ਕੋਲ ਵਰਬ ਦਾ ਓਬਜੈਕਟ ਹੈ। ਹੁਣ ਮੈਨੂੰ ਓਬਜੈਕਟ ਕਿਵੇਂ ਪਤਾ ਲੱਗਿਆ ਕਿਵੇਂ ਹੈ ਆਪਾਂ ਪੁੱਛਦੇ ਹਾਂ ਕਿ ਸ਼ੀ ਰਿਊਨਡ ਵਟ ਜਾਂ ਫਿਰ ਹੂਮ। ਮੈਂ ਪੁੱਛਿਆ ਵਟ ਜਾਂ ਫਿਰ ਹੂਮ ਉਹਨੇ ਤਬਾਹ ਕੀ ਕੀਤਾ ਜਾਂ ਫਿਰ ਕਿਹਨੂੰ ਕੀਤਾ। ਹੁਣ ਮੇਰੇ ਕੋਲ ਕਿਹਨੂੰ ਦਾ ਜਵਾਬ ਆ ਰਿਹਾ ਨਾ ਰਾਮ ਨੂੰ ਤਾਂ ਮੇਰੇ ਕੋਲ ਰਾਮ ਕੀ ਹੋ ਗਿਆ ਇੱਥੇ ਓਬਜੈਕਟ ਹੋ ਗਿਆ ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਸ਼ੀ ਰਿਊਨਡ ਉਹਨੇ ਤਬਾਹ ਕੀਤਾ ਲੇਕਿਨ ਵਟ ਜਾਂ ਹੂਮ ਦਾ ਰਿਪਲਾਈ ਨਹੀਂ ਆ ਰਿਹਾ ਠੀਕ ਹੈ। ਵਟ ਜਾਂ ਹੂਮ ਦਾ ਰਿਪਲਾਈ ਨਹੀਂ ਆ ਰਿਹਾ ਅਤੇ ਆਪਣੇ ਕੋਲ ਇਹ ਆਉਣਾ ਜ਼ਰੂਰੀ ਹੈ। ਆਪਾਂ ਦੇਖਾਂਗੇ ਕਿਹੜੇ ਕਿਹੜੇ ਵਰਬ ਇਹੋ ਜਿਹੇ ਜਿਨ੍ਹਾਂ ਤੋਂ ਬਾਅਦ ਆਪਣੇ ਕੋਲ ਓਬਜੈਕਟ ਹੋਣਾ ਹੀ ਚਾਹੀਦਾ ਹੈ ਅਤੇ ਇਹਦੇ ਕੋਲ ਆਪਣੇ ਨਹੀਂ ਆ ਰਿਹਾ ਵਟ ਜਾਂ ਹੂਮ ਦੇ ਕੋਲ ਤਾਂ ਆਪਾਂ ਕੀ ਕਰਨਾ ਇੱਥੇ ਯੂਜ਼ ਹੁੰਦਾ ਰਿਫਲੈਕਸਿਵ ਪ੍ਰੋਨਾਊਨ ਦਾ। ਮਤਲਬ ਕਿ ਜਦੋਂ ਕੋਈ ਵੀ ਵਰਬ ਜਿਹਦੇ ਬਾਅਦ ਆਪਾਂ ਨੂੰ ਓਬਜੈਕਟ ਚਾਹੀਦਾ ਅਤੇ ਉਹ ਨਾ ਆ ਰਹੀ ਹੋਵੇ ਤਾਂ ਉੱਥੇ ਸਬਜੈਕਟ ਦਾ ਹੀ ਰਿਫਲੈਕਸਿਵ ਵਰਬ ਹੈ ਜਿਹੜਾ ਆਪਣੇ ਕੋਲ ਓਬਜੈਕਟ ਆ ਉਹ ਆ ਜਾਂਦਾ ਹੈ। ਜਿਵੇਂ ਕਿ ਸ਼ੀ ਰਿਊਨਡ ਹਰ ਸੈਲਫ ਜਿਹੜਾ ਆਪਣੇ ਕੋਲ ਹੋਣਾ ਚਾਹੀਦਾ ਤਾਂ ਕੀ ਹੋਊਗਾ ਸ਼ੀ ਰਿਊਨਡ ਹਰ ਸੈਲਫ ਉਹਨੇ ਖੁਦ ਨੂੰ ਹੀ ਤਬਾਹ ਕੀਤਾ ਠੀਕ ਹੈ। ਕਈ ਹੁੰਦੇ ਆ ਨਾ ਕਿ ਜਿਹੜੇ ਖੁਦ 'ਤੇ ਹੀ ਪੈਰ ਦੀ ਮਤਲਬ ਕਿ ਕੁਲਾੜੀ 'ਤੇ ਪੈਰ ਮਾਰਦੇ ਆ ਫਿਰ ਉਹ ਪਛਤਾਉਂਦੇ ਆ ਉਹ ਵਾਲੀ ਚੀਜ਼ ਹੈ। ਤਾਂ ਹੁਣ ਆਪਣੇ ਕੋਲ ਸ਼ੀ ਰਿਊਨਡ ਵਟ ਜਾਂ ਹੂਮ ਦਾ ਰਿਪਲਾਈ ਨਹੀਂ ਆ ਰਿਹਾ ਸੀ। ਜਦੋਂ ਵੀ ਆਪਾਂ ਐਵੇਂ ਦਾ ਸੈਂਟੈਂਸ ਕੰਪਲੀਟ ਕਰਨਾ ਹੋਵੇ ਤਾਂ ਰਿਫਲੈਕਸਿਵ ਪ੍ਰੋਨਾਊਨ ਦਾ ਰਿਫਲੈਕਸਿਵ ਪ੍ਰੋਨਾਊਨ ਕਿਹਦਾ ਹੁੰਦਾ ਫਿਰ ਸਬਜੈਕਟ ਦਾ ਯੂਜ਼ ਹੈ ਜਿਹੜਾ ਉਹ ਕੀਤਾ ਜਾਂਦਾ। ਹੁਣ ਆਪਾਂ ਇਹਦੇ ਵਿੱਚ ਦੋ ਚੀਜ਼ਾਂ ਦੇਖਣੀਆਂ ਇੱਕ ਹੁੰਦੀਆਂ ਟ੍ਰਾਂਜ਼ਿਟਿਵ ਵਰਬਸ ਇੱਕ ਹੁੰਦੀ ਇਨਟ੍ਰਾਂਜ਼ਿਟਿਵ ਵਰਬਸ। ਟ੍ਰਾਂਜ਼ਿਟਿਵ ਅਤੇ ਇਨਟ੍ਰਾਂਜ਼ਿਟਿਵ ਸਮਝਣ ਤੋਂ ਪਹਿਲਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦੀ ਹਾਂ ਐਗਜ਼ਾਮਪਲ ਤੋਂ। ਜਿਵੇਂ ਕਿ ਆਪਣੇ ਕੋਲ ਹੈਗਾ ਸ਼ੀ ਕਿਕਡ ਦੀ ਬਾਲ। ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਆਪਦੇ ਕੋਲ ਇੱਕ ਨੋਟਬੁੱਕ ਜ਼ਰੂਰ ਲੈ ਕੇ ਬੈਠਿਆ ਕਰੋ ਤਾਂ ਕਿ ਜਿਹੜੇ ਵੀ ਇੰਪੋਰਟੈਂਟ ਗੱਲਾਂ ਹੁੰਦੀਆਂ ਤੁਸੀਂ ਨਾਲ ਦੀ ਨਾਲ ਹੈ ਜਿਹੜਾ ਉਸਨੂੰ ਨੋਟ ਕਰ ਸਕੋ। ਹੁਣ ਆਪਣੇ ਕੋਲ ਹੈਗਾ ਸ਼ੀ ਕਿਕਡ ਦੀ ਬਾਲ
शी हो गया सब्जेक्ट, किक्ड हो गया वर्ब, क्योंकि एक्शन वर्ड है ना, एक्शन डिनोट कर रहा है, उन्हें किक मारी, लत्त मारी। शी किक्ड वॉट, वॉट का रिप्लाई आ रहा है मेरे को, वॉट होंगे की, तो की आ रहा है बॉल। ठीक है जी, अपना जोड़ा कहते होंगे वर्ब है वो ऑब्जेक्ट हो रहा है। ठीक है, ये हो गया ट्रांजिटिव वर्ब। ये दसूँगी, टेंशन नहीं लैनी, ट्रांजिटिव तो इनट्रांजिटिव की होंगे। फिर आना इनट्रांजिटिव, शी केम ऑन टाइम। हुण तुसीं मैनूं इहदे विच तुसीं वर्ब दस सकते हो की है। वर्ब तो अपने को पता है केम है, हुण तुसीं मैनूं ऑब्जेक्ट दसो की है। शी केम वॉट ਜਾਂ फिर हूम, रिप्लाई आ रहा है अपने कोले। वट ਜਾਂ फिर हूम ਦਾ ਜਿਹੜਾ ਹੈਗਾ ਸਾਨੂੰ रिप्लाई मिल रहा है ਜਾਂ नहीं मिल रहा, नहीं मिल रहा। ठीक है, शी केम वट की नहीं पता, शी केम हूम नहीं पता क्योंकि वो आई। ठीक है, लेकिन कई बच्चे के दिमाग च आ रहा होना ऑन टाइम की है। फिर ऑन टाइम होंगे ना, ये जोड़ा अपने को टाइम है ना, ये अपने को प्रैपोजिशन की की है, ऑब्जेक्ट है। दो तरीके के ऑब्जेक्ट होंगे, एक होंगे अपने को वर्ब का, एक होंगे प्रैपोजिशन का। ठीक है, इत्थे अपने को की है बॉल, अपने को की है वर्ब की ऑब्जेक्ट है, तो इत्थे ऑन टाइम है ना, ऑन अपन पता प्रैपोजिशन है, तो टाइम की हो गया, ऑन का ऑब्जेक्ट हो गया। ट्रांजिटिव वर्ब आउंदी है जिन्ना ओह वर्ब जिन्ना तो बाद अपन ऑब्जेक्ट चाहिदा ही चाहिदा, उस तो बिना जोड़ा अपना सेंटेंस है वह कंप्लीट नहीं हो सकता। तो इनट्रांजिटिव वर्ब्स वो होंदियां जिहड़ियां वर्ब तो बिना आपां ऑब्जेक्ट तो बिना सार सकते हाँ। ठीक है, जिन्ना तो बिना आपां सार सकते हैं। ट्रांजिटिव जिन्ना वर्ब तो बाद अपन ऑब्जेक्ट चाहिए ही चाहिए कंप्लीट होने वास्ते, अगर नहीं है तो आप की कर देंगे रिफ्लैक्सिव प्रनाउन है जोड़ा वो ला देंगे। इनट्रांजिटिव वर्ब वो जिन्ना तो बाद अपना ऑब्जेक्ट तो बिना सर सकता है। हुण अपने को क्वेश्चन देखते हैं आप, जिमें कि ही इंजॉयड द पार्टी, ही इंजॉयड हिमसैल्फ एट द पार्टी। हुण तुसीं मैनूं दस सकते हो दोनों सेंटेंस चो आह सही है या फिर आह सही है, या फिर दोनों ही सही है या दोनों ही गलत है, तुसीं मैनूं दस सकते हो। तो एक गल इस ये भी दसनी है कि ट्रांजिटिव है कि इनट्रांजिटिव है। चलो आप देखते हैं ट्रांजिटिव इनट्रांजिटिव दा अगर मैं देखा, चलो स्टार्टिंग तो चलते आप। ही आ गया अपने को सब्जेक्ट, इंजॉयड की होगी मेरे को वर्ब। हुण इत्थे मेरे को आ रहा है ही इंजॉयड वॉट या फिर हूम। ठीक है, वॉट या हूम का रिप्लाई आ रहा है, वॉट आ गया ना कि पार्टी इंजॉय की। ठीक है जी, आ सेंटेंस तो अपने को की हो गया, कंप्लीट हो गया। ही इंजॉयड वॉट पार्टी। नैक्सट आ गया ही इंजॉयड, अगर मैं सपोज इतने हिमसैल्फ नहीं लगाया, ठीक है, सपोज इसनों हाइड कर लो, ये हिमसैल्फ नहीं हैगा। ही इंजॉयड एट दी पार्टी, हुण अपने को लगे ही इंजॉयड वॉट, नहीं रिप्लाई आ रहा। ठीक है, ही इंजॉयड हूम, नहीं रिप्लाई आ रहा। तो इत्थे अपने को एट की है प्रैपोजिशन, तो यदा मतलब की हो गया है जोड़ा पार्टी है वो प्रैपोजिशन का ऑब्जेक्ट है। ठीक है, मतलब कि इंजॉय का अपन वर्ब का ऑब्जेक्ट चाहिए ही है ना, तो वर्ब का ऑब्जेक्ट अगर अपन चाहिए तो आप अगर इतने नहीं सीगा तो आप की करता हिमसैल्फ लगा दिता। ਜਿਹੜੇ ਬੱਚਿਆਂ ਨੂੰ थोड़ी बहुत भी दिक्कत हो रही है ना समझन च, स्टार्टिंग तो अगर तुम पहली बार सीख रहे हो तो दिक्कत होगी। ठीक है, दो तरीके के बच्चे होंगे, स्टार्टिंग वाले जिन्होंने पहली बार सीखा होना, पहले वो जिन्हों की अंडरस्टैंडिंग बहुत वधिया है, दूजे वो जिन्हों की थोड़ा जिहा समझन च टाइम लगता है। अगर तुहानूं समझन च टाइम लगता ना, पहला एक बार वीडियो देखो फिर इसनूं रिपीट करो, ताइयों चंगी तरह समझ आऊगा तुहानूं। ठीक है, इंपॉर्टेंट है। हुण उन्हें अपन क्या है इसे दे विच तुसीं देखो किवें फर्क आ गया। ही इंजॉयड तो बाद द पार्टी है, इत्थे भी इंजॉयड तो बाद द पार्टी है, लेकिन इत्थे विच कोई प्रैपोजिशन नहीं सीगी, तां करके अपने को की हो गया वर्ब दा ऑब्जेक्ट है जोड़ा वो मिल गया। लेकिन इत्थे क्योंकि अपने को की आ गया सी प्रैपोजिशन आ गई सी, तां जोड़ा ये पार्टी सी वो अपने को प्रैपोजिशन का ऑब्जेक्ट आ गया सी, लेकिन अपनी वर्ब का जोड़ा ऑब्जेक्ट सी वो मिसिंग सी, जिन्होंने कंप्लीट करने लिए आप ही का रिफ्लैक्सिव प्रनाउन है जोड़ा वो यूज़ करता। सिंपल। हुण आपां नूं की पता लगू किहड़ियां ट्रांजिटिव वर्ब्स है किहड़ियां इनट्रांजिटिव वर्ब्स है। ठीक है, उहदी आपां लिस्ट देखते हैं। हुण देखो मैं ऊपर लिख भी दिता है ट्रांजिटिव या फिर इनट्रांजिटिव दे विच कन्फ्यूज़ ना हो। एन ऑब्जेक्ट इज़ ऑलवेज यूज आफ्टर दीज वर्ब्स, जिन्ना वर्ब्स तो बाद ऑब्जेक्ट यूज़ होगा ही होगा। वो लिस्ट तुसीं आ देखो, जिवें कि हर्ट
ਚੀਟ, ਇੰਟਰੋਡਿਊਸ, ਸੌਰੀ ਆਹ ਪ੍ਰੈਜੈਂਟ ਤੇ ਐਬਸੈਂਟ ਅਲੱਗ ਹੋਣਾ ਚਾਹੀਦਾ ਸੀ। ਪ੍ਰੈਜੈਂਟ ਐਬਸੈਂਟ ਮਤਲਬ ਕਿ ਸਕੂਲ 'ਚ ਪ੍ਰੈਜੈਂਟ ਜਾਂ ਫਿਰ ਐਬਸੈਂਟ ਉਹ ਵਾਲਾ। ਸੈਟਿਸਫਾਈ, ਲੇ, ਐਡਰੈਸ, ਅਵੇਲ, ਪ੍ਰਾਈਡ, ਇੰਜੋਏ ਐਂਡ ਅਡੈਪਟ। ਇਹ ਜਿਹੜੀਆਂ ਚੀਜ਼ਾਂ ਇਹਨਾਂ ਦੇ ਬਾਅਦ ਜਿਹੜਾ ਆਪਣਾ ਆਬਜੈਕਟ ਆ ਉਹ ਚਾਹੀਦਾ ਹੀ ਚਾਹੀਦਾ। ਜਿਵੇਂ ਕਿ ਨੈਕਸਟ ਦੇਖੋ, ਸ਼ੀ ਐਬਸੈਂਟਡ ਫਰੋਮ ਦੀ ਕਾਲਜ ਲਾਸਟ ਵੀਕ, ਕਿ ਉਹਨੇ ਜਿਹੜੀ ਉਹ ਐਬਸੈਂਟਡ ਫਰੋਮ ਦੀ ਕਾਲਜ ਲਾਸਟ ਵੀਕ। ਹੁਣ ਤੁਸੀਂ ਮੈਨੂੰ ਆਬਜੈਕਟ ਸਬਜੈਕਟ ਸਭ ਕੁਝ ਦੱਸ ਸਕਦੇ ਹੋ। ਅਗਰ ਦੇਖੀਏ ਸ਼ੀ ਆਪਣੇ ਕੋਲੇ ਕੀ ਹੈ, ਸਬਜੈਕਟ ਹੈ। ਐਬਸੈਂਟ ਕੀ ਹੋ ਗਿਆ, ਵਰਬ ਹੈ। ਫਰੋਮ ਕੀ ਆਪਣੇ ਕੋਲੇ ਪ੍ਰੈਪੋਜੀਸ਼ਨ ਹੈ। ਕਾਲਜ ਕੀ ਹੋ ਗਿਆ ਫਿਰ, ਪ੍ਰੈਪੋਜੀਸ਼ਨ ਤੋਂ ਬਾਅਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇੱਕ ਦਿਨ ਪਹਿਲਾਂ ਹੀ ਦੱਸਿਆ ਕਿ ਪ੍ਰੈਪੋਜੀਸ਼ਨ ਤੋਂ ਬਾਅਦ ਜੋ ਵੀ ਆਉਂਦਾ ਆਪਣਾ ਆਬਜੈਕਟਿਵ ਕੇਸ ਹੁੰਦਾ। ਤਾਂ ਇਹ ਕਾਲਜ ਕੀ ਆਪਣਾ ਆਬਜੈਕਟ ਹੈ, ਲੇਕਿਨ ਕਿਹਦਾ ਹੈ, ਪ੍ਰੈਪੋਜੀਸ਼ਨ ਦਾ ਆਬਜੈਕਟ ਹੈ। ਲਾਸਟ ਵੀਕ ਛੱਡ ਦਿਓ ਕਿ ਉਹ ਤਾਂ ਦੱਸ ਰਿਹਾ ਕਿ ਟਾਈਮ ਦੱਸ ਰਿਹਾ। ਤਾਂ ਹੁਣ ਐਬਸੈਂਟ ਕੀ ਆਪਣੇ ਕੋਲੇ ਟ੍ਰਾਂਜ਼ਿਟਿਵ ਵਰਬ ਹੈ, ਮਤਲਬ ਕਿ ਜਿਹਦੇ ਤੋਂ ਬਾਅਦ ਆਪਾਂ ਨੂੰ ਆਬਜੈਕਟ ਚਾਹੀਦਾ ਹੀ ਚਾਹੀਦਾ। ਤਾਂ ਟ੍ਰਾਂਜ਼ਿਟਿਵ ਵਰਬ ਹੈ, ਤਾਂ ਐਬਸੈਂਟ ਤੋਂ ਬਾਅਦ ਅਗਰ ਆਪਾਂ ਇਸ ਸੈਂਟੈਂਸ ਨੂੰ ਕੰਪਲੀਟ ਕਰਨਾ ਤਾਂ ਕੀ ਕਰਾਂਗੇ, ਸ਼ੀ ਦਾ ਰਿਫਲੈਕਸਿਵ ਪ੍ਰਨਾਊਨ। ਸ਼ੀ ਦਾ ਰਿਫਲੈਕਸਿਵ ਪ੍ਰਨਾਊਨ ਕੀ ਹੈ, ਹਰਸੈਲਫ। ਤਾਂ ਕੀ ਹੋਣਾ ਚਾਹੀਦਾ ਸੀ ਆਪਣੇ ਕੋਲੇ, ਸ਼ੀ ਐਬਸੈਂਟਡ ਹਰਸੈਲਫ, ਉਹਨੇ ਖੁਦ ਨੂੰ ਐਬਸੈਂਟ ਕੀਤਾ ਫਰੋਮ ਦੀ ਕਾਲਜ ਲਾਸਟ ਵੀਕ। ਨੈਕਸਟ ਦੇਖਦੇ ਹਾਂ, ਸ਼ੀ ਪ੍ਰਾਈਡਸ ਔਨ ਹਰ ਸਟਾਈਲ। ਪ੍ਰਾਈਡ ਦਾ ਮਤਲਬ ਹੁੰਦਾ ਗੌਰਵ ਕਰਨਾ, ਠੀਕ ਹੈ, ਮਤਲਬ ਕਿ ਪ੍ਰਾਊਡ ਫੀਲ ਕਰਨਾ। ਸ਼ੀ ਪ੍ਰਾਈਡਸ ਔਨ ਹਰ ਸਟਾਈਲ, ਕਿ ਉਹਨੂੰ ਆਪਦੇ ਸਟਾਈਲ 'ਤੇ ਨਾ ਮਤਲਬ ਕਿ ਇਤਰਾਂਦੀ ਹੈ, ਠੀਕ ਹੈ, ਉਸ ਟਾਈਪ ਦਾ। ਸ਼ੀ ਪ੍ਰਾਈਡਸ ਔਨ ਹਰ ਸਟਾਈਲ, ਤਾਂ ਇਹਦਾ ਕੀ ਹੋਣਾ ਚਾਹੀਦਾ ਆਪਣੇ ਕੋਲੇ। ਹੁਣ ਜਿਵੇਂ ਕਿ ਤੁਸੀਂ ਦੇਖੋ ਆਪਣੇ ਕੋਲੇ ਸ਼ੀ ਕੀ ਹੈ, ਸਬਜੈਕਟ ਹੈ। ਪ੍ਰਾਈਡ ਕੀ ਹੈ, ਵਰਬ ਹੈ। ਔਨ ਕੀ ਹੋਗੀ, ਪ੍ਰੈਪੋਜੀਸ਼ਨ। ਹਰ ਸਟਾਈਲ, ਠੀਕ ਹੈ, ਔਨ ਹਰ, ਹਰ ਹੈ, ਠੀਕ ਹੈ ਨਾ। ਹਰ ਸਟਾਈਲ, ਹਰ ਕੀ ਹੋ ਗਿਆ ਆਪਣੇ ਕੋਲੇ, ਆਬਜੈਕਟ ਹੋ ਗਿਆ ਕਿ ਉਹ ਕਿਸ ਚੀਜ਼ 'ਤੇ ਅਤਰਾਂਦੀ ਹੈ, ਹਰ ਸਟਾਈਲ 'ਤੇ ਅਤਰਾਂਦੀ ਹੈ, ਇਹ ਆਬਜੈਕਟ ਹੋ ਗਿਆ। ਲੇਕਿਨ ਇਹ ਜਿਹੜਾ ਆਬਜੈਕਟ ਉਹ ਕਿਹਦਾ, ਪ੍ਰੈਪੋਜੀਸ਼ਨ ਦਾ, ਤਾਂ ਆਪਣੀ ਵਰਬ ਤਾਂ ਖਾਲੀ ਰਹਿ ਗਈ, ਠੀਕ ਹੈ। ਵਰਬ ਖਾਲੀ ਰਹਿ ਗਈ ਤਾਂ ਆਪਣੇ ਕੋਲ ਇਹਦੇ ਕੋਲ ਕੀ ਹੋਣਾ ਚਾਹੀਦਾ ਸੀ, ਆਬਜੈਕਟ ਹੋਣਾ ਚਾਹੀਦਾ ਸੀ, ਕਿਉਂਕਿ ਪ੍ਰਾਈਡ ਕੀ ਹੈ, ਟ੍ਰਾਂਜ਼ਿਟਿਵ ਵਰਬ ਹੈ। ਤਾਂ ਸ਼ੀ ਪ੍ਰਾਈਡ ਕੀ ਹੋਣਾ ਚਾਹੀਦਾ, ਹਰ ਸੈਲਫ ਜੋ ਹੈ ਉਹ ਆਉਣਾ ਚਾਹੀਦਾ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਸ਼ੀ ਪ੍ਰਾਈਡਸ ਹਰ ਸੈਲਫ ਔਨ ਹਰ ਸਟਾਈਲ। ਨੈਕਸਟ ਹੈ, ਵੀ ਸ਼ੁੱਡ ਅਵੇਲ ਆਫ ਦੀ ਓਪਰਚੁਨਿਟੀ। ਅਵੇਲ ਆਫ ਦਾ ਮਤਲਬ ਹੁੰਦਾ ਫਾਇਦਾ ਉਠਾਉਣਾ, ਠੀਕ ਹੈ। ਅਵੇਲ ਕਰਿਓ, ਠੀਕ ਹੈ। ਅਵੇਲ ਦਾ ਮਤਲਬ ਹੁੰਦਾ ਫਾਇਦਾ ਉਠਾਉਣਾ, ਕਿਸੇ ਕਹਿੰਦੇ ਕਿ ਆਪਾਂ ਨੂੰ ਇਸ ਅਵਸਰ ਦਾ ਫਾਇਦਾ ਉਠਾਉਣਾ ਚਾਹੀਦਾ। ਵੀ ਸ਼ੁੱਡ ਅਵੇਲ ਆਫ ਦੀ ਓਪਰਚੁਨਿਟੀ। ਹੁਣ ਅਵੇਲ ਵੀ ਹੈ ਜਿਹੜਾ ਟ੍ਰਾਂਜ਼ਿਟਿਵ ਵਰਬ ਹੈ, ਮਤਲਬ ਕਿ ਇਹਦੇ ਬਾਅਦ ਆਪਾਂ ਨੂੰ ਆਬਜੈਕਟ ਚਾਹੀਦਾ। ਵੀ ਆ ਗਿਆ ਆਪਣੇ ਕੋਲੇ ਸਬਜੈਕਟ। ਸ਼ੁੱਡ ਕੀ ਹੈ, ਮੋਡੈਲ ਹੈ ਇਹ। ਅਵੇਲ ਕੀ ਵਰਬ ਦੀ ਫਸਟ ਫਾਰਮ ਹੈ। ਇਹ ਮੋਡੈਲ ਵਗੈਰਾ ਦੇ ਚੱਕਰ 'ਚ ਨਾ ਪਾਓ, ਮੈਂ ਤੁਹਾਨੂੰ ਸਮਝਾਉਂਗੀ। ਆਫ ਕੀ ਹੋ ਗਿਆ, ਪ੍ਰੈਪੋਜੀਸ਼ਨ ਹੋ ਗਈ। ਓਪਰਚੁਨਿਟੀ ਕੀ ਹੋ ਗਿਆ, ਆਬਜੈਕਟ ਹੋ ਗਿਆ, ਲੇਕਿਨ ਕਿਹਦਾ ਹੋ ਗਿਆ, ਪ੍ਰੈਪੋਜੀਸ਼ਨ ਦਾ ਹੋ ਗਿਆ। ਦੈਟਸ ਵਾਈ ਆਪਣੇ ਕੋਲੇ ਕੀ ਹੋਣਾ ਚਾਹੀਦਾ ਹੈ, ਆਪਣੇ ਕੋਲ ਅਵੇਲ ਤੋਂ ਬਾਅਦ ਕੀ ਹੋਣੀ ਚਾਹੀਦੀ ਹੈ, ਆਬਜੈਕਟ ਹੋਣਾ ਚਾਹੀਦਾ। ਤਾਂ ਕੀ ਆਊਗਾ, ਵੀ ਸ਼ੁੱਡ ਅਵੇਲ ਆਰਸੈਲਵਸ ਆਫ ਦੀ ਓਪਰਚੁਨਿਟੀ, ਠੀਕ ਹੈ। ਸਮਝ ਆ ਗਿਆ ਹੋਣਾ ਹੁਣ ਤਾਂ ਚੰਗੀ ਤਰ੍ਹਾਂ ਰਿਫਲੈਕਸਿਵ ਪ੍ਰਨਾਊਨਸ ਕੀ ਹੁੰਦੇ। ਤੁਹਾਨੂੰ ਫੋਰ ਸ਼ੋਰ ਕਿ ਇਸ ਤੋਂ ਸੌਖੇ ਕੁਐਸਚਨ ਹੀ ਆਉਣਗੇ। ਨੈਕਸਟ ਆਪਾਂ ਕਰਦੇ ਹਾਂ ਇੱਕ ਪੈਰਾਗ੍ਰਾਫ, ਜਿਹੜਾ ਕਿ ਤੁਹਾਨੂੰ ਅੱਜ ਕੱਲ੍ਹ ਹੈਲਥ ਦੇ ਰਿਲੇਟਡ ਪਤਾ ਹੋਣਾ ਚਾਹੀਦਾ। ਬਹੁਤ ਹੀ ਮਤਲਬ ਕਿ ਜਾਣੇ ਮਾਨੇ ਡਾਕਟਰ ਦੀ ਇੱਕ ਜਿਹੜੀ ਕਾਲਮ ਹੈ, ਮੈਂ ਉਹ ਚੱਕਿਆ ਤਾਂ ਕਿ ਤੁਹਾਨੂੰ ਕੁਛ ਪਤਾ ਲੱਗੇ। ਜਿਹੜੇ ਬੱਚੇ ਕਹਿੰਦੇ ਆ ਨਾ ਕਿ ਮੈਮ ਵੋਕੈਬ ਕਰਵਾਇਆ ਕਰੋ, ਤਾਂ ਤੁਸੀਂ ਉਨੇ ਕੀ ਕਰੋ, ਜਿੰਨਾ ਟਾਈਮ ਪੈਰਾਗ੍ਰਾਫ ਚੱਲ ਰਿਹਾ, ਅਗਰ ਤੁਸੀਂ ਪੈਰਾਗ੍ਰਾਫ ਨਹੀਂ ਪੜ੍ਹਨਾ ਨਾ, ਖੁਦ ਵੱਲੋਂ ਫਾਸਟ ਪੜ੍ਹ ਲਓ ਇਸਨੂੰ। ਫਾਸਟ ਪੜ੍ਹ ਕੇ ਕੀ ਕਰੋ, ਜਿਹੜੇ ਨੀਚੇ ਮੀਨਿੰਗ ਦਿੱਤੇ ਹੁੰਦੇ, ਕੁਛ ਜਿਹੜੇ ਹੁੰਦੇ ਥੋੜ੍ਹੇ ਡਿਫਰੈਂਟ ਹੁੰਦੇ, ਉਹਨਾਂ ਦਾ ਜਿਹੜਾ ਮਤਲਬ ਹੈ ਉਹ ਦੇਖ ਲਿਆ ਕਰੋ। ਹੋਲਿਸਟਿਕ ਹੈਲਥ ਇਜ਼ ਅਬਾਊਟ ਲੁਕਿੰਗ ਐਟ ਯੋਰ ਬੋਡੀ ਇਨ ਟੋਟੈਲਿਟੀ, ਠੀਕ ਹੈ। ਹੁਣ ਦੇਖੋ ਹੋਲਿਸਟਿਕ ਦਾ ਮੀਨਿੰਗ ਕੀ ਹੁੰਦਾ, ਸੰਪੂਰਨ ਹੈਲਥ, ਮਤਲਬ ਕਿ ਪੂਰੀ ਦੀ ਪੂਰੀ ਹੈਲਥ। ਇਜ਼ ਅਬਾਊਟ ਕਿਸ ਦੇ ਬਾਰੇ, ਲੁਕਿੰਗ ਐਟ ਮਤਲਬ ਕਿ ਦੇਖਣਾ, ਯੋਰ ਬੋਡੀ ਆਪਦੀ ਬੋਡੀ, ਮਤਲਬ ਕਿ ਤੁਹਾਨੂੰ ਕਹਿ ਰਿਹਾ ਨਾ ਤੁਸੀਂ ਦੇਖੋ ਆਪਦੀ ਬੋਡੀ, ਇਨ ਟੋਟੈਲਿਟੀ ਮਤਲਬ ਹੋਲਸਮ, ਪੂਰੀ ਦੀ ਪੂਰੀ ਦੇਖੋ। ਕਹਿੰਦੇ ਸੰਪੂਰਨ ਹੈਲਥ ਦਾ ਮਤਲਬ ਪੂਰੀ ਦੀ ਪੂਰੀ ਹੈਲਥ, ਮਤਲਬ ਕਿ ਪਰਫੈਕਟ ਹੈਲਥ ਜਿਹਨੂੰ ਕਹਿ ਸਕਦੇ ਆ, ਉਹਦਾ ਮਤਲਬ ਹੁੰਦਾ ਕਿ ਤੁਸੀਂ ਆਪਦੀ ਪੂਰੀ ਦੀ ਪੂਰੀ ਬੋਡੀ ਨੂੰ ਧਿਆਨ ਨਾਲ ਦੇਖੋ। ਬਟ ਡਾਕਟਰ ਮਥਾਈ ਸੇਜ਼, ਹੁਣ ਡਾਕਟਰ ਮਥਾਈ ਕਹਿੰਦੇ ਸੇਜ਼ ਇਸ ਲਈ ਆਇਆ ਆਪਣੇ ਕੋਲ, ਸੇਜ਼ ਇਸ ਲਈ ਆਇਆ ਕਿਉਂਕਿ ਉਹ ਮਥਾਈ ਜਿਹੜੇ ਡਾਕਟਰ ਮਥਾਈ ਉਹ ਜਰਨਲ ਦੇ ਵਿੱਚ ਕਹਿੰਦੇ ਕਿ ਕਹਿੰਦੇ ਰਹਿੰਦੇ ਆ, ਠੀਕ ਹੈ। ਕਹਿੰਦੇ ਰਹਿੰਦੇ ਤਾਂ ਆਪਣਾ ਪ੍ਰੈਜ਼ੈਂਟ ਸਿੰਪਲ ਟੈਂਸ ਜਿਹੜਾ ਉਹ ਯੂਜ਼ ਹੋਣਾ ਚਾਹੀਦਾ। ਤਾਂ ਇੱਥੇ ਪ੍ਰੈਜ਼ੈਂਟ ਸਿੰਪਲ ਟੈਂਸ ਹੋਣਾ ਚਾਹੀਦਾ, ਤਾਂ ਸੇਜ਼ ਲੱਗਿਆ। ਮਿਸਟਰ ਜਿਹੜੇ ਡਾਕਟਰ ਮਥਾਈ ਉਹ ਕੀ ਹੈ, ਸਿੰਗੂਲਰ ਹੈ। ਡਾਕਟਰ ਮਥਾਈ ਇਟ ਇਜ਼ ਆਲਸੋ ਅਬਾਊਟ, ਹੁਣ ਡਾਕਟਰ ਮਥਾਈ ਕਹਿ ਰਹੇ ਕਹਿੰਦੇ ਇਹ ਹੈ ਜਿਹੜਾ, ਇਟ ਕੀ ਹੈ ਆਪਣਾ ਨॉन ਲਿਵਿੰਗ ਵਾਸਤੇ ਯੂਜ਼ ਕਰਦੇ हैं। ਕਹਿੰਦੇ ਇਟ ਇਜ਼ ਆਲਸੋ ਅਬਾਊਟ ਟੇਕਿੰਗ ਇਨਟੂ ਕੰਸੀਡਰੇਸ਼ਨ, ਟੇਕਿੰਗ
ਟੇਕਿੰਗ ਇਨਟੂ ਦਾ ਮਤਲਬ ਹੁੰਦਾ ਲੈਣਾ, ਕੰਸੀਡਰੇਸ਼ਨ ਵਿਚਾਰ ਦੇ ਵਿੱਚ। ਕਹਿੰਦੇ ਇਹਦੇ ਨਾਲ ਜਿਹੜਾ ਆਪਾਂ ਟੋਟੈਲਿਟੀ ਦਾ ਮਤਲਬ ਕਿ ਪੂਰੀ ਬੋਡੀ ਨੂੰ ਪੂਰਾ ਦੇਖਣ ਦੇ ਨਾਲ ਨਾਲ ਆਪਾਂ ਨੂੰ ਵਿਚਾਰ 'ਚ ਕੀ ਕੁਛ ਲੈਣਾ ਚਾਹੀਦਾ, ਦਾ ਇਨਵਾਇਰਮੈਂਟ ਐਂਡ ਦਾ ਕਮਿਊਨਿਟੀ ਯੂ ਲਿਵ ਇਨ। ਕਹਿੰਦੇ ਆਪਾਂ ਨੂੰ ਹੋਰ ਚੀਜ਼ਾਂ ਕਿਹੜੀਆਂ ਵਿਚਾਰ 'ਚ ਲੈਣੀਆਂ, ਆਪਦਾ ਇਨਵਾਇਰਮੈਂਟ ਆਸਾ ਪਾਸਾ ਅਤੇ ਕਮਿਊਨਿਟੀ ਮਤਲਬ ਜਿਹੜੀ ਸੁਸਾਇਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ। ਸੋ ਕਹਿੰਦੇ ਇਸ ਲਈ ਸੋ ਦਾ ਮਤਲਬ ਸੋ, ਇਸ ਲਈ ਈਟ ਲੋਕਲ ਖਾਓ, ਠੀਕ ਹੈ। ਐਂਡ ਸੀਜ਼ਨਲ, ਅੱਜ ਕੱਲ੍ਹ ਬਹੁਤ ਚੀਜ਼ਾਂ ਹਾਈਬ੍ਰਿਡ ਆਉਂਦੀਆਂ, ਜਿਹੜੀ ਚੀਜ਼ ਦਾ ਸੀਜ਼ਨ ਨਹੀਂ ਉਹ ਸਾਨੂੰ ਫਿਰ ਵੀ ਖਾਣ ਨੂੰ ਮਿਲਦੀ ਆ, ਉਹ ਚੀਜ਼ ਨਹੀਂ ਕਰਨੀ। ਸੋ ਈਟ ਲੋਕਲ ਐਂਡ ਸੀਜ਼ਨਲ ਐਂਡ ਟਰਾਈ ਐਂਡ ਲਿਵ ਇਨ ਐਜ਼ ਕਲੀਨ ਐਂਡ ਨੈਚੁਰਲ ਐਂਡ ਇਨਵਾਇਰਮੈਂਟ ਐਜ਼ ਯੂ ਕੈਨ। ਕਹਿੰਦੇ ਕਿ ਐਂਡ ਟਰਾਈ, ਕੋਸ਼ਿਸ਼ ਕਰੋ, ਲਿਵ ਇਨ ਰਹਿਣਾ, ਐਜ਼ ਕਲੀਨ ਜਿੰਨਾ ਕਲੀਨ ਰਹਿ ਸਕਦਾ, ਐਂਡ ਨੈਚੁਰਲ ਕੁਦਰਤੀ, ਐਂਡ ਇਨਵਾਇਰਮੈਂਟ ਜਿੰਨਾ ਕਿ ਇਨਵਾਇਰਮੈਂਟ ਨੈਚੁਰਲ ਆ ਓਨਾ, ਐਜ਼ ਯੂ ਕੈਨ ਜਿੰਨਾ ਤੁਸੀਂ ਕਰ ਸਕਦੇ ਹੋ। ਤਾਂ ਇਸ ਪੂਰੀ ਲਾਈਨ ਦਾ ਮਤਲਬ ਕੀ ਹੋਇਆ, ਸੋ ਈਟ ਲੋਕਲ ਐਂਡ ਸੀਜ਼ਨਲ, ਟਰਾਈ ਐਂਡ ਲਿਵ ਇਨ ਐਜ਼ ਕਲੀਨ ਐਂਡ ਨੈਚੁਰਲ ਐਂਡ ਇਨਵਾਇਰਮੈਂਟ ਐਜ਼ ਯੂ ਕੈਨ। ਕਹਿੰਦੇ ਜਿੰਨਾ ਤੋਂ ਜਿੰਨਾ ਤੁਸੀਂ ਕਲੀਨ ਨੈਚੁਰਲ ਜਿਹੜਾ ਤੁਸੀਂ ਰਹਿ ਸਕਦੇ ਹੋ ਉਹ ਰਹਿਣ ਦੀ ਕੋਸ਼ਿਸ਼ ਕਰੋ। ਬਿਲਡ ਯੋਰ ਬੋਡੀਜ਼ ਇਮਿਊਨਿਟੀ। ਹੁਣ ਦੇਖੋ ਬਿਲਡ ਦਾ ਮਤਲਬ ਹੁੰਦਾ ਬਣਾਉਣਾ, ਪਤਾ ਹੀ ਹੈ। ਯੋਰ ਬੋਡੀ, ਆਪਦੀ ਬੋਡੀ। ਪੋਸਟੋਫੀਅਸ ਦਾ ਯੂਜ਼ ਹੈ ਜਿਹੜਾ ਆਪਾਂ ਕਰਾਂਗੇ ਜਲਦੀ। ਪੋਸਟੋਫੀਅਸ ਦੱਸਦੀ ਹੁੰਦੀ ਹੈ ਕਿ ਆਪਦੀ ਬੋਡੀ ਦੀ ਇਮਿਊਨਿਟੀ। ਜਿਹੜੀ ਹੁੰਦੀ ਪੋਸਟੋਫੀਅਸ ਦੱਸਦਾ ਹੁੰਦਾ ਕਿਸੇ ਚੀਜ਼ ਨਾਲ ਆਪਣਾ ਜਿਹੜਾ ਰਿਲੇਸ਼ਨ ਬਣਾਉਂਦਾ ਹੁੰਦਾ, ਜਿਵੇਂ ਕਿ ਯੋਰ ਬੋਡੀ ਹੈ ਇਸ ਦੇ ਨਾਲ ਦੱਸ ਰਿਹਾ ਤੁਹਾਡੀ ਬੋਡੀ ਦੀ ਇਮਿਊਨਿਟੀ, ਜਿਹਨੂੰ ਆਪਾਂ ਬੋਲਦੇ ਨਾ ਇਮਿਊਨਿਟੀ ਸਿਸਟਮ। ਉਹ ਬਾਏ ਕਿਵੇਂ ਕਿ ਕਿਸ ਦੁਆਰਾ, ਬਾਏ ਦਾ ਮਤਲਬ ਦੁਆਰਾ, ਕਿਕਿੰਗ ਆਫ। ਹੁਣ ਨੀਚੇ ਮੀਨਿੰਗ ਨਾਲ ਦੇਖੋ, ਕਿਕਿੰਗ ਆਫ ਦਾ ਮਤਲਬ ਹੁੰਦਾ ਕਿਕ ਤੋਂ ਆਪਾਂ ਕਰਦੇ ਹੁੰਦੇ ਹਾਂ ਲੱਤ ਮਾਰਨਾ, ਲੇਕਿਨ ਇੱਥੇ ਕਿਕਿੰਗ ਆਫ ਦਾ ਮਤਲਬ ਹੁੰਦਾ ਸਟਾਰਟ ਕਰਨਾ ਜਾਂ ਫਿਰ ਬਿਗਿਨ ਕਰਨਾ। ਇਹ ਚੀਜ਼ ਧਿਆਨ 'ਚ ਰੱਖਣੀ ਹੈ। ਕਿਕਿੰਗ ਆਫ ਦਾ ਡੇ, ਕਹਿੰਦੇ ਸਟਾਰਟ ਕਰਨਾ ਦਿਨ ਨੂੰ, ਵਿਦ ਦਾ ਨਾਲ ਕਿਹਦੇ, ਕਨਕੋਸ਼ਨ। ਕਨਕੋਸ਼ਨ ਦਾ ਮਤਲਬ ਹੁੰਦਾ ਮਿਕਸਚਰ। ਕਹਿੰਦੇ ਕਨਕੋਸ਼ਨ ਕਿਹਦਾ ਮਿਕਸਚਰ ਆਫ ਟਮਰਿਕ ਹਲਦੀ ਹੋ ਗਈ, ਲਾਈਮ ਨਿੰਬੂ, ਹਨੀ ਸ਼ਹਿਦ, ਜਿੰਜਰ ਅਦਰਕ। ਹਾਂ ਹੁਣ ਉਹ ਬ੍ਰੈਕਟ 'ਚ ਆਪਾਂ ਨੂੰ ਕੀ ਦਿੱਤਾ, ਸਕਿਪ ਦਾ ਹਨੀ, ਕਹਿੰਦੇ ਛੱਡ ਦਿਓ ਹਨੀ। ਐਂਡ ਐਡ ਸਿਨੇਮਨ ਹੁੰਦੀ ਹੈ ਆਪਣੇ ਕੋਲ ਦਾਲਚੀਨੀ। ਇਫ ਯੂ ਹੈਵ ਡਾਇਬਟੀਜ਼, ਕਹਿੰਦੇ ਇਫ ਯੂ ਹੈਵ ਕਿਉਂ ਯੂਜ਼ ਕੀਤਾ ਗਿਆ, ਯੂ ਹੈਵ ਤੁਹਾਨੂੰ ਡਾਇਬਟੀਜ਼ ਅਗਰ ਹੈਗੀ ਹੈ ਤਾਂ ਕਹਿੰਦੇ ਹਨੀ ਨੂੰ ਛੱਡ ਕੇ ਤੁਸੀਂ ਕੀ ਐਡ ਕਰ ਲਓ, ਦਾਲਚੀਨੀ। ਅਵੋਇਡ ਦਾ ਮਤਲਬ ਹੁੰਦਾ ਹੈ ਅਵੋਇਡ ਕਰਨਾ, ਅਣਦੇਖਾ ਕਰਨਾ, ਇਗਨੋਰ ਕਰਨਾ। ਵਾਈਟ ਸ਼ੂਗਰ, ਚਿੱਟੀ ਸ਼ੂਗਰ ਨਹੀਂ ਖਾਣੀ ਚਾਹੀਦੀ, ਖੰਡ ਜਿਹਨੂੰ ਬੋਲਦੇ ਆ। ਐਂਡ ਸ਼ੂਗਰੀ ਡਰਿੰਕਸ, ਜਿਹਦੇ 'ਚ ਜ਼ਿਆਦਾ ਸ਼ੂਗਰ ਹੁੰਦੀ ਆ ਉਹ ਨਹੀਂ ਪੀਣਾ ਚਾਹੀਦਾ। ਇੰਸਟੈਡ, ਇਸ ਦੀ ਬਜਾਏ। ਯੂਜ਼ ਨੈਚੁਰਲ ਸਵੀਟਨਰਸ, ਕਹਿੰਦੇ ਹਾਂ ਅਗਰ ਤੁਸੀਂ ਮਿੱਠੇ ਦੇ ਸ਼ੌਕੀਨ ਹੋ, ਚੀਨੀ ਜਾਂ ਫਿਰ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਪੀਣ ਦੀ ਬਜਾਏ ਤੁਸੀਂ ਕੀ ਕਰੋ, ਯੂਜ਼ ਨੈਚੁਰਲ ਸਵੀਟਨਰਸ, ਜਿਨ੍ਹਾਂ 'ਚ ਨੈਚੁਰਲ ਮਿਠਾਸ ਹੁੰਦੀ ਆ ਉਹ ਚੀਜ਼ਾਂ ਯੂਜ਼ ਕਰੋ, ਜਿਵੇਂ ਕਿ ਪਾਮ ਹੁੰਦਾ ਖੰਜੂਰ, ਔਰ ਕੋਕੋਨਟ ਜਗਰੀ। ਕੋਕੋਨਟ ਮਤਲਬ ਕਿ ਨਾਰੀਅਲ, ਜਗਰੀ ਦਾ ਮਤਲਬ ਕੀ ਹੋ ਗਿਆ ਗੁੜ, ਕਹਿੰਦੇ ਕੋਕੋਨਟ ਦਾ ਗੁੜ ਆਉਂਦਾ ਉਹ ਯੂਜ਼ ਕਰੋ। ਪੋਮੇਗ੍ਰੇਨੇਟ, ਮੋਲੈਸਿਸ ਦਾ ਮਤਲਬ ਹੁੰਦਾ ਪੋਮੇਗ੍ਰੇਨੇਟ ਮਤਲਬ ਅਨਾਰ ਦਾ ਰਸ ਜਿਹਨੂੰ ਬੋਲਦੇ ਆ, ਅਨਾਰ ਦਾ ਰਸ ਯੂਜ਼ ਕਰੋ, ਉਸ 'ਚ ਬਹੁਤ ਮਿਠਾਸ ਹੈ ਕਹਿੰਦੇ। ਐਂਡ ਡੇਟ ਸਿਰਪ, ਕਹਿੰਦੇ ਖੰਜੂਰਾ ਦਾ ਸਿਰਪ ਹੈ ਜਿਹੜਾ ਉਹਨੂੰ ਯੂਜ਼ ਕਰ ਸਕਦੇ ਹੋ। ਫਿਰ ਕਹਿੰਦੇ ਆਪਾਂ ਨੂੰ ਪਹਿਲੀ ਕੀ ਦਿੱਤੀ ਕਿ ਤੁਸੀਂ ਆਪਦਾ ਜਿਹੜਾ ਮਿਕਸਚਰ ਲਾਈਮ ਵਗੈਰਾ ਪੀ ਕੇ ਜਿਹੜਾ ਹੈਗਾ ਉਹਨੂੰ ਦਿਨ ਦੀ ਸ਼ੁਰੂਆਤ ਕਰੋ। ਦੂਜਾ ਕੀ ਕਹਿ ਰਿਹਾ ਹੈ, ਕਹਿੰਦੇ ਗੋ ਬੈਕ ਟੂ ਈਟਿੰਗ ਵਟ ਯੂਅਰ ਗ੍ਰੈਂਡ ਮਦਰ ਡਿਡ। ਕਹਿੰਦੇ ਉਸ ਚੀਜ਼ ਹੈਬਿਟ 'ਤੇ ਜਾਓ, ਈਟਿੰਗ ਹੈਬਿਟ 'ਤੇ ਜਾਓ ਜਿਹੜੀ ਚੀਜ਼ ਤੁਹਾਡੀ ਦਾਦੀ ਮਾਂ ਪਹਿਲਾਂ ਕਰਿਆ ਕਰਦੀ ਸੀ। ਡਿਡ ਹੈ ਨਾ, ਡਿਡ ਮਤਲਬ ਪਾਸਟ 'ਚ ਕਰਿਆ ਕਰਦੇ ਸੀ, ਆਪਾਂ ਕਹਿੰਦੇ ਹੁੰਦੇ ਨਾ ਪੁਰਾਣੇ ਬਜ਼ੁਰਗ ਐਵੇਂ ਕਰਦੇ ਸੀ। ਟੂ ਈਟਿੰਗ, ਹੁਣ ਟੂ ਈਟਿੰਗ ਇਸ ਲਈ ਆਇਆ, ਟੂ ਤੋਂ ਬਾਅਦ ਨਾ ਵੈਸੇ ਤਾਂ ਵਰਬ ਦੀ ਫਸਟ ਫਾਰਮ ਆਉਂਦੀ ਹੈ, ਲੇਕਿਨ ਇੱਥੇ ਜੇਰੈਂਟ ਵਾਂਗੂ ਯੂਜ਼ ਕੀਤਾ ਗਿਆ। ਇਹ ਵੀ ਆਪਾਂ ਅੱਗੇ ਆਉਣ ਵਾਲੀ ਚੀਜ਼ਾਂ 'ਚ ਕਰਾਂਗੇ। ਵੈਦਰ ਇਟ ਇਜ਼ ਦਾ ਵਰਾਇਟੀ ਆਫ ਸਪਾਈਸਿਸ, ਗ੍ਰੇਨਸ, ਵੈਜੀਟੇਬਲ ਐਂਡ ਗ੍ਰੀਨ ਸ਼ੀ ਯੂਜ਼। ਕਹਿੰਦੇ ਚਾਹੇ, ਵੈਦਰ ਦਾ ਮਤਲਬ ਚਾਹੇ। ਇਹ ਕੁਛ ਜਿਹੜੇ ਮੈਂ ਤੁਹਾਨੂੰ ਲਿਖੇ ਨਹੀਂ ਨਾ, ਇਹ ਮੈਂ ਤੁਹਾਨੂੰ ਤਾਈਓ ਜ਼ਿਆਦਾ ਹਾਈਲਾਈਟ ਕਰ ਰਹੀ ਹਾਂ ਕਿਉਂਕਿ ਇਹਨਾਂ ਦਾ ਪੰਜਾਬੀ 'ਚ ਲਿਖਣਾ ਨਾ ਉਹ ਪੋਸੀਬਲ ਨਹੀਂ ਹੋ ਪਾ ਰਿਹਾ ਸੀਗਾ। ਡੈਟਸ ਵਾਈ ਤੁਸੀਂ ਖੁਦ ਹੀ ਉਸ 'ਚ ਲਿਖ ਲਓ। ਵੈਦਰ ਕਹਿੰਦੇ ਚਾਹੇ, ਇਟ ਇਜ਼ ਅ ਵਰਾਇਟੀ ਆਫ, ਚਾਹੇ ਕਹਿੰਦੇ ਇਹ ਬਹੁਤ ਤਰੀਕੇ ਦੇ ਸਪਾਈਸਿਸ ਮਤਲਬ ਮਸਾਲੇ ਹੋਣ, ਅਨਾਜ ਹੋਵੇ ਜਾਂ ਫਿਰ ਸਬਜ਼ੀਆਂ ਹੋਣ, ਚਾਹੇ ਕੋਈ ਵੀ ਗ੍ਰੀਨ ਕਲਰ ਦੀਆਂ ਚੀਜ਼ਾਂ ਹੋਣ ਜਿਹੜੀਆਂ ਕਿ ਉਹ ਯੂਜ਼ ਕਰਦੀ ਸੀ। ਸ਼ੀ ਯੂਜ਼ਡ, ਗ੍ਰੈਂਡ ਮਦਰ ਲਈ ਕੀ ਯੂਜ਼ ਹੋ ਰਿਹਾ ਇੱਥੇ ਸ਼ੀ। ਔਰ ਦਾ ਮੈਥਡ ਆਫ ਪ੍ਰਿਪਰੇਸ਼ਨ, ਚਾਹੇ ਉਹ ਬਣਾਉਣ ਦਾ ਤਰੀਕਾ ਹੀ ਕਿਉਂ ਨਾ ਹੋਵੇ। ਹੁਣ ਇੱਥੇ ਗੱਲ ਨੋਟ ਕਰਨ ਵਾਲੀ ਹੈ, ਵੈਦਰ ਅਤੇ ਔਰ ਦਾ ਨਾ ਇੱਕ ਕੰਬੀਨੇਸ਼ਨ ਹੁੰਦਾ ਹੈ ਜਿਹੜਾ ਕਿ ਆਪਾਂ ਅੱਗੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿੱਖਣੀਆਂ, ਲੇਕਿਨ ਪੈਰਾਗ੍ਰਾਫ ਤੋਂ ਹਜੇ ਆਪਾਂ ਟੈਂਸਿਸ ਹੀ ਜਿਹੜੇ ਉਹ ਧਿਆਨ ਰੱਖਣੇ। ਰਿਮੈਂਬਰ ਦੋ ਡੈਟ ਵੀ ਲਿਵ ਅ ਫਾਰ ਲੈਸ ਐਕਟਿਵ, ਕਹਿੰਦੇ ਰਿਮੈਂਬਰ ਯਾਦ ਕਰੋ, ਦੋ ਦੈਟ
ਕਹਿੰਦੇ ਆਪ ਉਹ ਚਾਹੇ ਤਰੀਕੇ ਵਰਤਦੇ ਸੀ ਆਪਾਂ ਮਾਡਰਨ ਜ਼ਮਾਨੇ 'ਚ ਹੈ ਦੈਟ ਵੀ ਲਿਵ ਅ ਫਾਰ ਲੈਸ ਐਕਟਿਵ, ਕਹਿੰਦੇ ਬਹੁਤ ਫਾਰ ਦਾ ਮਤਲਬ ਦੂਰ, ਲੈਸ ਐਕਟਿਵ ਮਤਲਬ ਕਿ ਬਹੁਤ ਹੀ ਆਲਸੀ, ਐਕਟਿਵ ਘੱਟ ਆ ਲਾਈਫ ਦੈਨ ਸ਼ੀ ਡਿਡ। ਕਹਿੰਦੇ ਜਿੰਨੇ ਉਹ ਇਸ ਉਮਰ 'ਚ ਉਹ ਐਕਟਿਵ ਹੋਇਆ ਕਰਦੇ ਸੀ ਨਾ, ਆਪਾਂ ਤਾਂ ਬਹੁਤ ਘੱਟ ਐਕਟਿਵ ਆ ਉਹਨਾਂ ਦੇ ਮੁਕਾਬਲੇ। ਸੋ ਈਟ ਓਨਲੀ ਵਟ ਯੋਰ ਬੋਡੀ ਨੀਡਸ, ਕਹਿੰਦੇ ਸਿਰਫ ਉਹੀ ਚੀਜ਼ਾਂ ਖਾਓ ਜਿਹੜੀ ਤੁਹਾਡੀ ਬੋਡੀ ਨੂੰ ਨੀਡ ਹੈ ਜ਼ਰੂਰਤ ਹੈ। ਸੋ ਈਟ ਓਨਲੀ, ਉਹੀ ਸਿਰਫ ਵਟ ਯੋਰ ਬੋਡੀ, ਜਿਹੜੀ ਤੁਹਾਡੀ ਬੋਡੀ ਨੂੰ ਜ਼ਰੂਰਤ ਹੈ, ਨੀਡਸ। ਇਫ ਯੂ ਈਟ ਮਾਈਂਡਫੁਲੀ, ਕਹਿੰਦੇ ਅਗਰ ਤੁਸੀਂ ਪੂਰਾ ਧਿਆਨ ਨਾਲ ਖਾਓਗੇ ਕਿ ਆਹ ਚੀਜ਼ ਖਾਣੀ ਚਾਹੀਦੀ ਹੈ, ਇਹ ਚੀਜ਼ ਗਲਤ ਹੈ, ਆਪਾਂ ਕੀ ਕਰਦੇ ਚਾਹੇ ਭੁੱਖ ਹੋਵੇ ਨਾ ਹੋਵੇ ਤਾਂ ਵੀ ਠੂਸਦੇ ਰਹਿੰਦੇ ਹਾਂ। ਯੋਰ ਬੋਡੀ ਵਿਲ ਈਟ, ਹੁਣ ਇੱਥੇ ਕੰਡੀਸ਼ਨਲ ਯੂਜ਼ ਕੀਤਾ ਹੋਇਆ, ਤੁਸੀਂ ਧਿਆਨ ਨਾਲ ਦੇਖੋ। ਫਸਟ ਕੰਡੀਸ਼ਨਲ ਹੈ ਇਫ ਯੂ ਈਟ, ਕਹਿੰਦੇ ਮਾਈਂਡਫੁਲੀ, ਅਗਰ ਤੁਸੀਂ ਆਹ ਕੀ ਆਪਣੇ ਕੋਲੇ ਅਗਰ ਤੁਸੀਂ ਇਹ ਚੀਜ਼ ਕਰੋਗੇ ਤਾਂ ਦੂਜਾ ਕੀ ਮਿਲੂਗਾ ਰਿਜ਼ਲਟ। ਯੋਰ ਬੋਡੀ ਵਿਲ ਈਟ ਇੰਟੂਟਿਵਲੀ, ਮਤਲਬ ਅਗਰ ਤੁਸੀਂ ਪੂਰਾ ਧਿਆਨ ਨਾਲ ਕਿ ਇਹ ਚੀਜ਼ ਕਿ ਆਪਾਂ ਨੂੰ ਆਹ ਚੀਜ਼ ਯੂਜ਼ ਨਹੀਂ ਕਰਨੀ ਚਾਹੀਦੀ, ਇਸ ਚੀਜ਼ ਦਾ ਪ੍ਰੋਪਰ ਤਰੀਕਾ ਬਣਾਉਣ ਦਾ ਇਹ ਹੋਣਾ ਚਾਹੀਦਾ, ਤਾਂ ਤੁਹਾਡੀ ਬੋਡੀ ਵੀ ਹੈ ਜਿਹੜੀ ਉਸਨੂੰ ਸਹਿਜ ਤਰੀਕੇ ਨਾਲ ਜਿਹੜਾ ਪਚਾ ਸਕੂਗੀ, ਸਹਿਜ ਹੀ ਜਿਹੜੀ ਉਸਨੂੰ ਅੰਦਰ ਲੈ ਲੂਗੀ। ਦਿਸ ਪ੍ਰੈਕਟਿਸ, ਕਹਿੰਦੇ ਇਹ ਜਿਹੜਾ ਅਭਿਆਸ ਹੈ ਕੈਨ ਬੀ ਕਲਟੀਵੇਟਡ ਓਵਰ ਟਾਈਮ, ਕਹਿੰਦੇ ਹੋ ਸਕਦਾ ਹੈ ਕਿ ਜਿਹੜਾ ਇਹ ਤੁਹਾਨੂੰ ਕਰਨ ਦਾ ਤਰੀਕਾ ਉਸ ਲਈ ਟਾਈਮ ਲੱਗ ਜੇ ਕਹਿੰਦੇ ਬਟ ਇਹ ਜਿਹੜਾ ਹੌਲੀ ਹੌਲੀ ਤੁਹਾਡੇ ਜੀਵਨ ਦੇ ਵਿੱਚ ਆਮ ਹੋ ਜਾਊਗਾ। ਇਹ ਸੀਗਾ ਹੈਲਥ ਦੇ ਬਾਰੇ। ਹੁਣ ਆਪਾਂ ਇੱਕ ਨਾਲ ਕਰਦੇ ਹਾਂ ਲੇਕਿਨ ਕਰਾਂਗੇ ਹਿੰਦੀ ਦੇ ਵਿੱਚ। ਸੌਰੀ ਮੈਂ ਇੱਕ ਨਾਲ ਸਹੀ ਪਾਣਾ ਭੁੱਲ ਗਈ ਇਹਨੂੰ, ਠੀਕ ਹੈ, ਤਾਂ ਮੈਂ ਇੱਥੋਂ ਹੀ ਸਮਝਾ ਰਹੀ ਹਾਂ ਤੁਹਾਨੂੰ। ਇਹਦੇ ਵਿੱਚ ਹੈ होलिस्टिक हेल्थ इज़ अबाउट लुकिंग एट योर बॉडी इन टोटलिटी, कह रहे हैं कि अगर आपको अच्छी सेहत, अच्छी कहते हैं ना पूरी अच्छी वाली सेहत चाहिए तो आपको अपनी बॉडी पे पूरा ध्यान रखना पड़ेगा। लेकिन हम जो कहते हैं उससे डॉक्टर मिथाई कहते हैं कि ना सिर्फ अपनी बॉडी पे ध्यान रखना बल्कि अपने इन्वायरमेंट और कम्युनिटी जिसमें रह रहे हो उसका भी ध्यान रखना पड़ेगा। तो उसके लिए क्या करना है, ईट लोकल ही खाना है और सीजनल खाना है, कोई भी मतलब बिना सीजन के कुछ भी नहीं खाना। और ट्राई करना है कि जितना से ज़्यादा क्लीन और नेचुरल, जितना मतलब कि इन्वायरमेंट जितना नेचुरल है और जितना साफ़ सुथरा तुम लोग रह सकते हो उतना तुम साफ़ सुथरा रहने की कोशिश करो। अपनी बॉडी की जो इम्यूनिटी है, मतलब कि कीटाणुओं से फाइट करने की शक्ति है, अगर उसे अच्छा करना है, बिल्ड करना है, बनाना है तो अपने दिन की शुरुआत, किक ऑफ मतलब शुरुआत करो कॉन्कोशन एक मिक्सचर से, किस के, हल्दी, नींबू, शहद, अदरक के मिक्सचर से स्टार्ट करो। अगर किसी भी पेशेंट मतलब किसी भी कोई भी जो पढ़ रहा है उसको क्या है डायबिटीज़ है तो वो मतलब शहद को स्किप करके, शहद को छोड़कर दालचीनी का यूज़ है जो कर सकता है। और हमें आम अपनी लाइफ में वाइट शुगर मतलब कि जो चीनी रहती है उसका अवॉइड करना चाहिए यूज़, और शुगरी ड्रिंक्स जिसमें ज़्यादा चीनी रहती है उन चीज़ों को नहीं लेना चाहिए। अगर मीठा खाना है तो उसकी जगह पे क्या यूज़ करो, खजूर यूज़ कर सकते हो, नारियल का गुड़ यूज़ कर सकते हो, और अनार का जूस और खजूरों का जो क्या कहते हैं सिरप वो तुम लोग यूज़ कर सकते हो। जैसे कि एक ऐड भी आती है ना डाबर की जिसमें दिखाया जाता है, मैं किसी प्रमोट नहीं करी ब्रांड को, ठीक है, कि वो जब चीनी डालने लगते हैं तो उसे बोलते हैं चीनी मत डालो, शहद डालो, क्योंकि वो नेचुरल रहता है, इसलिए बोलते हैं कि शहद वगैरह का यूज़ है जो कर सकते हो तुम लोग। लेकिन डायबिटीज़ वाला पेशेंट वो भी नहीं कर सकता, डायबिटीज़ जिसे हम भाषा में बोलते हैं शुगर बोलते हैं ना, वो चीज़। फिर बोलते हैं कि इसके साथ साथ एक मिक्सचर पीने के साथ साथ सीजनल खाने के साथ साथ अपना जो है दादी माँ के नुस्खे जिसे बोलते हैं वो अपनाने शुरू कर दो, चाहे वो मसाले, अनाज, वेजिटेबल, ग्रीन्स के यूज़ को लेके, चाहे उसे कैसे बनाया जाता है उस ढंग को अपनाना पड़े। याद करो, कहते हैं कि जितना आजकल तुम मतलब आज की उम्र में, जैसे अगर तुम 20 के हो तो जब तुम्हारी दादी 20 की थी तो बहुत ही एक्टिव लाइफ जीती थी, इतना तो तुम एक्टिव अब भी नहीं हो, ठीक है। तो कहते हैं इसलिए अपने जो भी खाने पीने का है उसे ध्यान रखो, ताकि तुम्हारी जो बॉडी है, अगर तुम खाने पीने का अच्छे से ध्यान रखोगे, माइंडफुली खाओगे कि जो अच्छा है वही खाओगे, तो तुम्हारी बॉडी उसे अच्छे से आराम से जो उसे पचा सकेगी। और अगर इस प्रैक्टिस को अपनी लाइफ में लाने के लिए थोड़ा टाइम लगेगा, लेकिन अपने आप ये जो रूटीन है वो अपनी आपकी लाइफ में फिट हो जाएगा धीरे धीरे। थैंक यू। और जो बच्चे परेशान हो रहे हैं ना वोकैब, कोई बात नहीं, कोई चिंता की बात नहीं है, हम जल्दी वोकैब पैराग्राफ के साथ वोकैब भी करना शुरू करेंगे, ठीक है।
और जल्दी हम लाइव आने वाले हैं, तो लाइव में मेरे को ज़्यादा से ज़्यादा बच्चे लाइव चाहिए। उसके लिए ज़्यादा से ज़्यादा इसे अपने एटलीस्ट 10-10 फ्रेंड के साथ शेयर तो ज़रूर करो। थैंक यू।